ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਗੌੜੀ ਚੇਤੀ ਮਹਲਾ ਪਹਿਲਾ, ਮੁੰਦਰਾਂ ਤੇ ਕੜ ਪੀਤਰ ਮੁੰਦਰਾਂ, ਕਾਇਆ ਕੀਜੇ ਖਿੰਦਾਤਾ, ਪੰਚ ਚੇਲੇ ਵਸ ਕੀਜੇ ਰਾਵਲ, ਏ ਮਨ ਕੀਜੇ ਡੰਡਾਤਾ, ਜੋ ਜੁਗਤ ਇਵ ਪਾਵਿਸਤਾ, ਏਕ ਸਭ ਦੂਜਾ ਹੋਰ ਨਾਸਤ, ਕੰਧ ਮੂਲ ਮਨ ਲਾ ਵਿਸਤਾਰ ਹਾਓ, ਮੂੰਡ ਵਡਾਈਏ ਜੇ ਗੁਰ ਪਾਈਏ, ਹਮ ਗੁਰ ਕੀ ਨੀ ਰੰਗਾਤਾ, ਤ੍ਰਿਵਣ ਤਾਰਨ ਹਾਰ ਸੁਆਮੀ, ਏਕ ਨ ਚੇਤਿਸ ਅੰਧਾਤਾ, ਕਰ ਪਟੰਬ ਗਲੀ ਮਨ ਲਾਵਸ, ਸੰਸਾ ਮੂਲ ਨ ਜਾਵਿਸਤਾ, ਏਕਸ ਚਰਨੀ ਜੇ ਤਿਤ ਲਾਵੈ, ਲਭ ਲੋਭ ਕੀ ਤਾਵਿਸਤਾ, ਜਪਸ ਨਿਰੰਜਨ ਰਚਸ ਮਨਾ, ਕਾਹੇ ਬੋਲੇ ਜੋਗੀ ਕਪਟ ਕਨਾ ਰਹਾਓ, ਕਾਇਆ ਕਮਲੀ ਹੰਸ ਇਆਣਾ, ਮੇਰੀ ਮੇਰੀ ਕਰਤ ਬਿਹਾਣੀਤਾ, ਪ੍ਰਣਤ ਨਾਨਕ ਨਾਂਗੀ ਦਾਜੇ, ਫਿਰ ਪਾਛੇ ਪਛਤਾਣੀਤਾ, ਪ੍ਰਮਣਤ ਨਾਨਕ ਨਾਂਗੀ ਦਾਜੇ, ਫਿਰ ਪਾਛੇ ਪਛਤਾਣੀ ਦਾ। ਇਸ ਸ਼ਬਦ ਵਿੱਚ ਗੁਰੂ ਜੀ ਉਸ ਸਮੇਂ ਦੇ ਪੰਡਤਾਂ ਤੇ ਬਾਹਰਲੇ ਸਰੀਰ ਨੂੰ ਬਣਾਉਣ ਦੇ, ਆਕਰਸ਼ਿਤ ਬਣਾਉਣ ਦੇ ਬਾਰੇ ਗੱਲ ਕਰ ਰਹੇ ਹਨ ਜੀ। ਅਤੇ ਕਹਿੰਦੇ ਹਨ ਜੀ, ਗੁਰੂ ਜੀ ਪੰਡਤ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਹਨ ਜੀ ਕਿ ਹੇ ਜੋਗੀ, ਅਸਲੀ ਮੁੰਦਰਾਂ ਹਨ ਜੋ ਕੰਨਾਂ ਵਿੱਚ ਨਹੀਂ, ਹਿਰਦੇ ਵਿੱਚ ਸੰਤੋਖ ਦੀਆਂ ਮੁੰਦਰਾਂ ਹਨ ਜੀ। ਉਸ ਨੂੰ ਪਾਉਣਾ ਹੈ ਜੀ। ਅਤੇ ਸਰੀਰ ਨੂੰ ਨਾਸ਼ਵੰਤ ਜਾਣਨਾ, ਇਹ ਖਫਣੀ ਪਾਉਣੀ ਚਾਹੀਦੀ ਹੈ ਜੀ। ਭਾਵ ਸਰੀਰ ਨੂੰ ਨਾਸ਼ਵੰਤ ਨਹੀਂ ਕਰਨਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪੰਜ ਗਿਆਨ ਇੰਦਰੇ ਵਸ ਵਿੱਚ ਕਰਨੇ ਚਾਹੀਦੇ ਹਨ ਜੀ। ਅਤੇ ਇਹ ਮਨ ਡੰਡਾ ਬਣਾਉਣਾ ਚਾਹੀਦਾ ਹੈ ਜੀ, ਜਿਸ ਨਾਲ ਅਸੀਂ ਉਹਨਾਂ ਪੰਜ ਇੰਦਰੀਆਂ ਨੂੰ ਕਾਬੂ ਕਰਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਯੋਗ ਦੀ ਜੁਗਤੀ ਇਸ ਤਰ੍ਹਾਂ ਪਾ ਸਕੀਦੀ ਹੈ ਕਿ ਇੱਕੋ ਗੁਰਸ਼ਬਦ, ਗੁਰਬਾਣੀ, ਨਾਮ ਹਿਰਦੇ ਵਿੱਚ ਟਿਕੇ, ਕਿਉਂਕਿ ਇੱਕ ਤੋਂ ਬਿਨਾਂ ਹੋਰ ਦੂਜਾ ਸਭ ਕੁਝ ਨਾਸ਼ਵੰਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਤੂੰ ਅਜੇ ਵੀ ਆਪਣਾ ਮਨ ਕੰਧ ਮੂਲ ਆਦਿ ਖਾਣ ਵਿੱਚ ਲਾਈ ਜਾਂਦਾ ਹੈ ਜੀ। ਭਾਵ ਤੂੰ ਜੜ੍ਹਾਂ ਵਾਲੇ ਬੂਟੇ, ਗਾਜਰ ਮੂਲੀ ਖਾਣ ਵਿੱਚ ਹੀ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਜੋਗੀ, ਜੇ ਤੂੰ ਸਮਝਦਾ ਹੈ ਕਿ ਗੰਗਾ 'ਤੇ ਜਾ ਕੇ ਸਿਰ ਬਣਾਉਣ ਨਾਲ ਗੁਰੂ ਪ੍ਰਾਪਤ ਹੁੰਦਾ ਹੈ, ਤਾਂ ਇਹ ਠੀਕ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਸਾਂ ਆਪਣਾ ਗੁਰੂ ਹੀ ਗੰਗਾ ਕਰ ਲਿਆ ਹੈ ਜੀ। ਤੂੰ ਗੰਗਾ ਨੂੰ ਤਾਂ ਚੇਤੇ ਰੱਖਦਾ ਹੈ, ਪਰ ਜੋ ਤਿੰਨਾਂ ਭਵਨਾਂ, ਭਾਵ ਸਾਰੇ ਸੰਸਾਰ ਨੂੰ ਤਾਰਨ ਵਾਲਾ ਮਾਲਕ ਹੈ, ਹੇ ਅਗਿਆਨੀ ਪੰਡਤ, ਤੂੰ ਉਸ ਇੱਕ ਪਰਮੇਸ਼ਰ ਨੂੰ, ਇੱਕ ਓਂਕਾਰ ਨੂੰ ਚੇਤੇ ਨਹੀਂ ਕਰਦਾ। ਭਾਵ ਉਸ ਪਰਮੇਸ਼ਰ ਦੇ ਹੁਕਮ ਨੂੰ, ਉਸ ਨੂੰ ਇੱਕ ਨੂੰ ਨਹੀਂ ਸਮਝਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਜੋਗੀ, ਤੂੰ ਪਖੰਡ ਕਰਕੇ ਗੱਲਾਂ ਵਿੱਚ ਆਪਣਾ ਮਨ ਲਾਉਂਦਾ ਹੈ, ਪਰ ਇਸ ਤਰ੍ਹਾਂ ਕਰਨ ਨਾਲ ਤੇਰੇ ਮਨ ਦਾ ਸੰਸਾ ਭਰਮ ਬਿਲਕੁਲ ਨਹੀਂ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਤੂੰ ਇੱਕ
ਵਾਹਿਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜ ਲਵੇਂ, ਫਿਰ ਲੱਭ ਤੇ ਲੋਭ ਵਿੱਚ ਕੀ ਧੋਣਾ ਹੋਇਆ। ਭਾਵ ਫਿਰ ਸਾਰੀ ਭਟਕਣਾ ਮੁੱਕ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਜੋਗੀ, ਤੂੰ ਬਹੁਤ ਛਲ ਫਰੇਬ ਅਤੇ ਝੂਠ ਕਿਸ ਲਈ ਬੋਲਦਾ ਹੈ? ਕੀ ਤੇਰਾ ਮਨ ਮਾਇਆ ਤੋਂ ਰਹਿਤ ਪਰਮੇਸ਼ਰ ਨੂੰ ਜਾਣਦਾ ਹੈ ਕਿ ਉਸ ਵਿੱਚ ਲੀਨ ਹੁੰਦਾ ਹੈ ਜੀ? ਫਿਰ ਗੁਰੂ ਜੀ ਕਹਿੰਦੇ ਹਨ, ਇਸ ਸਰੀਰ ਦੀ ਕਾਇਆ ਸ਼ੁਦੈਣ ਭਾਵ ਪਾਗਲ ਅਤੇ ਜੀਵ ਆਤਮਾ ਇਆਣੀ ਨਾ ਸਮਝੀ ਹੋਣ ਕਰਕੇ ਮਨੁੱਖ ਦੀ ਉਮਰ ਮੇਰੀ ਮੇਰੀ ਕਰਦਿਆਂ ਹੀ ਬਤੀਤ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਜੋਗੀ, ਅੰਤ ਸਮੇਂ ਜਦ ਦੇਹੀ ਨੰਗੀ ਅੱਗ ਵਿੱਚ ਸੜ ਜਾਂਦੀ ਹੈ, ਉਸ ਨੂੰ ਵੇਖ ਕੇ ਜੀਵ ਆਤਮਾ ਪਿੱਛੋਂ ਬਹੁਤ ਪਛਤਾਉਂਦੀ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਮੂੰਡ ਮੁੰਡਾਈਏ ਜੇ ਗੁਰ ਪਾਈਏ, ਹਮ ਗੁਰ ਕੀਨੀ ਰੰਗਾ ਤਾ। ਜਿਸ ਸਿਰ ਨੂੰ ਮਨਾਇਆ ਹੀ ਗੁਰੂ ਪਾ ਲਈਦਾ ਹੈ, ਤਾਂ ਹਾਂ ਅਸੀਂ ਸਾਰਿਆਂ ਨੇ ਗੰਗਾ ਨੂੰ ਗੁਰੂ ਕਰ ਲਿਆ, ਅਰਥਾਤ ਸਿਰ ਮਨਾ ਲੈਣ ਨਾਲ ਚੇਲੇ ਹੋਣ ਜਾਣ ਇਹ ਨਿਸ਼ਾਨੀ ਨਹੀਂ ਹੈ। ਜੇ ਗੁਰੂ ਦਾ ਮਿਲਾਪ ਹੀ ਸਿਰ ਮਨਾਉਣਾ ਹੈ ਤਾਂ ਸਾਰੇ ਲੋਕੀ ਗੰਗਾ 'ਤੇ ਜਾ ਕੇ ਸਿਰ ਮਨਾਉਂਦੇ, ਫਿਰ ਤਾਂ ਸਭ ਦਾ ਗੁਰੂ ਗੰਗਾ ਹੀ ਹੋ ਗਈ ਸਮਝਣੀ ਚਾਹੀਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੰਗਾ 'ਤੇ ਜਾ ਕੇ ਸਿਰ ਮਨਾਉਣਾ ਗੁਰੂ ਧਾਰਨ ਦਾ ਪ੍ਰਤੀਕ ਨਹੀਂ ਮੰਨਿਆ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਜੋਗੀ, ਭੇਖ ਨਾਲ ਲੋਕਾਂ ਨੂੰ ਪਤਿਆ ਕੇ ਆਪਣੀ ਪੂਜਾ ਕਰਾਉਣ ਵਿੱਚ ਤੂੰ ਉਲਝਿਆ ਪਿਆ ਹੈ ਜੀ। ਉਸਨੂੰ ਇਹ ਉਪਦੇਸ਼ ਦਿੰਦੇ ਹਨ ਇਸ ਪੰਕਤੀ ਵਿੱਚ ਗੁਰੂ ਜੀ, ਏਕਸ ਚਰਨੀ ਜੇ ਚਿਤ ਲਾਵੈ, ਲੱਭ ਲੋਭ ਕੀ ਤਾਵਿਸਤਾ। ਗੁਰੂ ਜੀ ਕਹਿੰਦੇ ਹਨ, ਹੇ ਜੋਗੀ, ਪੰਜਾਂ ਗਿਆਨ ਇੰਦਰੀਆਂ ਉੱਤੇ ਕਾਬੂ ਪਾ ਅਤੇ ਇਹਨਾਂ ਨੂੰ ਆਪਣੇ ਚੇਲੇ ਬਣਾ ਅਤੇ ਮਨ ਨੂੰ ਇੱਕ ਓਂਕਾਰ ਗੁਰਸ਼ਬਦ ਗੁਰਬਾਣੀ ਵਿੱਚ ਲਾ। ਲੱਭ ਤੇ ਲੋਭ ਤੋਂ ਰਹਿਤ ਹੋ ਜਾ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਪੰਕਤੀ ਵਿੱਚ ਦੱਸਦੇ ਹਨ, ਮੂੰਡ ਮੁੰਡਾਈਏ ਜੇ ਗੁਰ ਪਾਈਏ, ਹਮ ਗੁਰ ਕੀਨੀ ਗੰਗਾ ਤਾਂ ਵਾਲੀ ਪੰਕਤੀ ਰਾਹੀਂ ਬੜੇ ਵਿਅੰਗਮਈ ਢੰਗ ਨਾਲ ਜੋਗੀ ਨੂੰ ਜਗਾਇਆ ਹੈ ਜੀ। ਬਾਹਰਲੇ ਚਿੰਨ੍ਹਾਂ ਨੂੰ ਧਾਰਨ ਦੀ ਥਾਂ 'ਤੇ ਗੁਰਮਤਿ ਨੂੰ ਦ੍ਰਿੜ ਕਰਨ ਦਾ ਉਪਦੇਸ਼ ਦਿੱਤਾ ਹੈ ਜੀ ਅਤੇ ਅੰਤ ਵਿੱਚ ਚੇਤੇ ਕਰਾਇਆ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਪ੍ਰਮਣਤ ਨਾਨਕ ਨਾਂਗੀ ਦਾਜੇ, ਫਿਰ ਪਾਛੇ ਪਛਤਾਣੀ ਤਾ। ਸੋ ਸਿਧਾਂਤ ਇਹ ਹੈ ਕਿ ਸਾਰੇ ਪਖੰਡ ਛੱਡ ਕੇ, ਭਾਵ ਸਾਰੇ ਬਾਹਰਲੇ ਪਖੰਡ ਛੱਡ ਕੇ, ਕਿ ਇਸ ਤਰ੍ਹਾਂ ਕਰਕੇ ਅਸੀਂ ਵਾਹਿਗੁਰੂ ਨੂੰ ਮਿਲ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਉਹ ਸਭ ਛੱਡ ਕੇ ਇੱਕ ਮਨ ਇੱਕ ਚਿੱਤ ਹੋ ਕੇ ਉਸ ਇੱਕ ਓਂਕਾਰ ਪਰਮੇਸ਼ਰ ਦਾ ਨਾਮ, ਗੁਰਸ਼ਬਦ ਗੁਰਬਾਣੀ ਨਾਮ ਜਪਣਾ ਚਾਹੀਦਾ ਹੈ ਜੀ। ਨਹੀਂ ਤਾਂ ਇਤਨੇ ਕਠਨ ਯੋਗ ਸਾਧਨਾ ਦੇ ਬਾਵਜੂਦ ਵੀ ਅੰਤ ਤੇਰੇ ਪੱਲੇ ਕੁਝ ਨਹੀਂ ਪੈਣਾ ਜੀ ਅਤੇ ਉਸ ਨਾਲ ਅੰਤ ਵਿੱਚ ਤੈਨੂੰ ਪਛਤਾਉਣਾ ਹੀ ਪਵੇਗਾ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੀਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।